सतनाम करता पुरख निरभौ निर्वैर अकाल मूरते अजूनी सैभं गुर प्रसादे जप आदि सच जुगादि सच है भी सच नानक होसी भी सच दंडोत बंधन अनेक बार सर्ब कला समरथ डोलन ते राखो प्रभु नानक दे कर हथ ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी। सतनाम श्री वाहिगुरु साहिब जीओ। सलोक मन इच्छा दान करणं सर्वत्र आसा पूरनः खंडनं कल कलेसः प्रभ सिमर नानक नह दूरणः। मन इच्छा दान करणं सर्वत्र आसा पूरनः खंडनं कल कलेसः प्रभ सिमर नानक नह दूरणः। हब रंग माणहि जिस संग तैस्यो लाइय नेहो सो सहो बिंद न विसरो नानक जिन सुंदर रचिया देहो। पौड़ी जियो प्राण तन धन दिया दीने रस भोग गृह मंदर रथ अस दिए रच भले संजोग। सुत बनता साजन सेवक दिए प्रभ देवन जोग। हर सिमरत तन मन हरिया लह जाहे विजोग। साध संग हर गुण रमहो बिन से सब रोग। साध संग हर गुण रमहो बिन से सब रोग। वाहिगुरु जी का खालसा वाहिगुरु जी की फतेह। सतगुरु दी प्यारी साध संगत जीओ। आप जी वਡਭਾਗੀ हो। धन धन गुरु ग्रंथ साहिब जी महाराज दी हजूरी विच जुड़ बैठे हो। राजा न राज भाना न भान देवा न देव उपमा महान। आप जी बहुत ही सुंदर कीर्तन सवण कर रहे सी। हुण आओ साध संगत जी श्री जैतश्री की वार दी ਇਹ ਲੜੀ ਨੂੰ ਆਰੰਭ ਕਰੀਏ ਅੱਗੇ ਤੋਰੀਏ। महाराज कहने हैं सलोक मन इच्छा दान करणं सर्वत्र आसा पूर्ण है खंडनं कल कलेस है प्रभ सिमर नानक नह दूरण है। मन इच्छा दान करणं जो भी मन की इच्छा है दान करणं वाहिगुरु उसनू दे दिंदा है। सर्वत्र आसा पूर्ण है और सारिया आसा नू पूर्ण करने वाला मात्र एक वाहिगुरु है। साध संगत जी चार तरह के भगत हुंदे ने वाहिगुरु दे। एक भगत नू आरत कहने मतलब कोई पीड़ा होवे दुख होवे उस तो बचन वास्ते वाहिगुरु अगे अरदास करदा है तो वाहिगुरु उस अरदास नू सुन के उसका दुख दूर करते हैं। फॉर एग्जाम्पल द्रौपदी जदों द्रौपदी सभा दे विच खड़ी सी और कोई उसका साथ नहीं सी दे रहा उदों जदों उसने वाहिगुरु का चिंतन करया तो वाहिगुरु आके उसकी पीड़ा नू दूर किया। ये हो गया आरत।
ਦੂਜਾ ਜਗਿਆਸੂ ਹੁੰਦਾ, ਦੂਜਾ ਭਗਤ ਹੁੰਦਾ ਅਰਥਾਰਥੀ। ਮਤਲਬ ਕੁਛ ਮੰਗ ਹੈ ਗੁਰੂ ਸਾਹਿਬ ਦੇ ਅੱਗੇ, ਚਾਹੇ ਪੈਸੇ ਦੀ ਮੰਗ ਹੋਵੇ, ਲੋੜ ਹੋਵੇ, ਜੌਬ ਦੀ ਮੰਗ ਹੋਵੇ, ਜਾਂ ਕੋਈ ਅਰਥ ਦੀ ਮੰਗ ਹੋਵੇ, ਤਾਂ ਉਸ ਨੂੰ ਵੀ ਸਵੀਕਾਰ ਕਰਕੇ ਮਹਾਰਾਜ ਉਹ ਮੰਗ ਪੂਰੀ ਕਰਦਾ ਹੈ। ਜਿਵੇਂ ਕਿ ਭਗਤ ਧਰੂ ਜੀ ਨੇ ਰਾਜ ਮੰਗਿਆ ਤਾਂ ਉਹਨਾਂ ਨੂੰ ਰਾਜ ਮਿਲਿਆ, ਇਹ ਹੋ ਗਿਆ ਅਰਥਾਰਥੀ। ਤੀਸਰਾ ਤਰ੍ਹਾਂ ਦਾ ਭਗਤ ਹੁੰਦਾ ਸਾਧ ਸੰਗਤ ਜੀ ਜਗਿਆਸੂ, ਜਿਹਦੇ ਅੰਦਰ ਇੱਛਾ ਹੁੰਦੀ ਹੈ ਮਹਾਰਾਜ ਮੇਰੇ ਅੰਦਰ ਪ੍ਰਕਾਸ਼ ਹੋਵੇ, ਮੇਰੇ ਅੰਦਰ ਵਿਵੇਕ ਬੁੱਧੀ ਹੋਵੇ ਔਰ ਮੈਨੂੰ ਤੁਹਾਡੇ ਦਰਸ਼ਨ ਹੋਣ। ਇਹ ਹੈ ਜਗਿਆਸੂ। ਜਿਵੇਂ ਭਗਤ ਪੀਪਾ ਜੀ ਆਪਣਾ ਸਾਰਾ ਰਾਜ ਛੱਡ ਕੇ ਭਗਤ ਰਾਮਾਨੰਦ ਜੀ ਕੋਲ ਜਦੋਂ ਗਏ, ਸਿਰਫ ਇਸ ਕਰਕੇ ਕਿ ਮੈਨੂੰ ਅੰਦਰ ਪ੍ਰਕਾਸ਼ ਹੋਵੇ, ਇਹ ਹੋ ਗਿਆ ਜਗਿਆਸੂ। ਔਰ ਇਹ ਇੱਛਾ ਵੀ ਮਹਾਰਾਜ ਜ਼ਰੂਰ ਪੂਰੀ ਕਰਦੇ ਹੈ। ਔਰ ਚੌਥਾ, ਉਸ ਨੂੰ ਮਹਾਰਾਜ ਕਹਿੰਦੇ ਗਿਆਨੀ ਭਗਤ। ਗਿਆਨੀ ਮਤਲਬ ਉਸ ਨੂੰ ਆਤਮ ਗਿਆਨ ਹੋ ਚੁੱਕਿਆ ਹੈ। ਫॉर ਐਗਜ਼ਾਮਪਲ ਰਾਜਾ ਜਨਕ, ਜਿਨ੍ਹਾਂ ਨੂੰ ਗਿਆਨ ਹੋ ਚੁੱਕਾ ਸੀ ਔਰ ਫਿਰ ਵੀ ਉਹਨਾਂ ਨੇ ਰਾਜ ਕੀਤਾ। ਉਹਨਾਂ ਨੂੰ ਵਾਹਿਗੁਰੂ ਦਾ ਅਨੁਭਵ, ਵਾਹਿਗੁਰੂ ਦਾ ਦਰਸ਼ਨ ਹੋ ਗਿਆ ਸੀ ਤੇ ਫਿਰ ਵੀ ਰਾਜ ਕੀਤਾ। ਰਾਜਾ ਜਨਕ ਗਿਆਨੀ ਭਗਤ। ਔਰ ਇਹਨਾਂ ਦੇ ਵਿੱਚ ਸਭ ਤੋਂ ਵਿਸ਼ੇਸ਼ ਜਿਹੜੇ ਮਹਾਰਾਜ ਕਹਿੰਦੇ ਮੇਰੇ ਸਭ ਤੋਂ ਕਰੀਬੀ ਨੇ, ਮੇਰਾ ਰੂਪ ਹੀ ਨੇ ਗਿਆਨੀ ਭਗਤ। ਪਰ ਇਹ ਨਹੀਂ ਕਿ ਜੋ ਦੂਸਰੇ ਭਗਤ ਹੈ ਉਹਨਾਂ ਦੀ ਆਸਾ ਔਰ ਇੱਛਾ ਮੈਂ ਨਹੀਂ ਪੂਰੀ ਕਰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਉੱਥੇ ਉਹ ਲਿਖਦੇ ਨਹੀਂ ਵੀ ਕੀ ਮੰਗਣਾ ਚਾਹੀਦਾ, ਜੋ ਮੰਗੇ ਭਗਤ। ਜੋ ਮੈਨੂੰ ਇਸ਼ਟ ਸਮਝਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਵਾਹਿਗੁਰੂ ਨੂੰ, then I will fulfill his desire or her desire. ਪਰ ਨਾਸਵਾਨ ਚੀਜ਼ਾਂ ਮੰਗ ਕੇ ਇੱਕ ਦਿਨ ਭੋਗ ਕੇ ਵੀ ਭਗਤ ਥੱਕ ਜਾਂਦਾ ਹੈ ਔਰ ਉਹ ਕਹਿੰਦਾ ਹੈ ਮਹਾਰਾਜ ਬਹੁਤ ਭੋਗ ਲਿਆ, ਪਰ ਹੁਣ ਮੈਂ ਕੁਛ ਹੋਰ ਚਾਹੁੰਦਾ ਹੈ। ਫॉर ਐਗਜ਼ਾਮਪਲ ਭਗਤ ਧਰੂ ਜੀ ਦੇ ਪਿਤਾ ਦਾ ਨਾਮ ਸੀ ਉਤਾਨਪਾਦ ਔਰ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਸੁਨੀਤੀ। ਉਤਾਨਪਾਦ ਜੀ ਦੀ ਇੱਕ ਹੋਰ ਵੀ ਪਤਨੀ ਸੀ ਜੋ ਬਾਅਦ ਦੇ ਵਿੱਚ ਵਿਆਹ ਕੇ ਲਿਆਏ, ਛੋਟੀ ਉਮਰ ਦੀ ਸੀ, ਉਸ ਦਾ ਨਾਮ ਸੀ ਸੁਰੁਚੀ। ਇਹਨਾਂ ਦੇ ਨਾਮ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਇਹਨਾਂ ਦਾ ਅੱਗੇ ਵਿਵਹਾਰ ਕਿਹੋ ਜਿਹਾ ਹੋਊਗਾ। ਸਾਧ ਸੰਗਤ ਜੀ, ਸੁਰੁਚੀ ਦਾ ਮਤਲਬ ਜੋ ਆਪਣੇ ਮਨ ਨੂੰ ਸੁਣਦੀ ਹੈ, ਔਰ ਸੁਨੀਤੀ ਦਾ ਮਤਲਬ ਜੋ ਚੰਗੇ ਆਚਰਣ ਦੇ ਨਾਲ ਚੱਲਦੀ ਹੈ। ਸੁਰੁਚੀ ਛੋਟੀ ਸੀ ਔਰ ਦੂਜੀ ਪਤਨੀ ਸੀ ਉਤਾਨਪਾਦ ਦੀ, ਪਰ ਫਿਰ ਵੀ ਉਤਾਨਪਾਦ ਸੁਰੁਚੀ ਨੂੰ ਜ਼ਿਆਦਾ ਪ੍ਰੇਮ ਕਰਦੇ ਸੀ। ਭਗਤ ਧਰੂ ਜੀ ਸੁਨੀਤੀ ਦੇ ਪੁੱਤਰ ਸੀ। ਬਹੁਤ ਘਟਨਾਵਾਂ ਹੋਈਆਂ ਰਾਜ ਦੇ ਵਿੱਚ, ਤੇ ਇੱਕ ਦਿਨ ਕਿਆ ਹੋਇਆ, ਭਗਤ ਧਰੂ ਜੀ ਆਪਣੇ ਪਿਤਾ ਜੀ ਦੇ ਗੋਦ ਵੱਲ ਗਏ ਬੈਠਣ ਵਾਸਤੇ, ਕਿਉਂਕਿ ਪਿਤਾ ਨੇ। ਤੇ ਉਤਾਨਪਾਦ ਜੀ ਨੇ ਤਾਂ ਕੁਛ ਨਹੀਂ ਕਿਹਾ, ਪਰ ਸੁਰੁਚੀ ਨੇ ਧਰੂ ਨੂੰ ਉਠਾ ਕੇ ਪਾਸੇ ਕੀਤਾ ਔਰ ਕਿਹਾ ਉਤਾਨਪਾਦ ਦੀ ਗੋਦ ਦੇ ਵਿੱਚ ਬੈਠਣ ਦਾ ਹੱਕ ਸਿਰਫ ਉਹਨੂੰ ਹੈ ਜੋ ਮੇਰੀ ਕੁੱਖ ਤੋਂ ਜੰਮੂਗਾ। Suruchi wanted her sons to become the next rulers, to become the next kings. But Bhagat Dhru Ji, even being the eldest son, was not allowed to have the kingdom. और उतानपाद सुरुचि ਨੂੰ ਜ਼ਿਆਦਾ ਪ੍ਰੇਮ ਕਰਨ ਕਰਕੇ ਹੱਕ 'ਚ ਵੀ ਸੀ। ਤੇ ਭਗਤ ਧਰੂ ਜੀ ਆਪਣੇ ਮਾਤਾ ਕੋਲ ਗਏ ਔਰ ਪੁੱਛਿਆ ਭਗਤ ਧਰੂ ਜੀ ਨੇ ਕਿ ਮਾਂ ਤੂੰ ਮੈਨੂੰ ਸੱਚ ਗੱਲ ਦੱਸ, ਤੂੰ ਦਾਸੀ ਹੈ ਕਿ ਰਾਣੀ ਹੈ? ਭਗਤ ਧਰੂ ਜੀ asks his mother,
are you really a queen? Or are you just a servant here? Because how is it possible that you, being the first wife of the king, cannot even speak up for me? And Suruchi threw me out of my own father's lap today. पर सुनीति ਦਾ ਜਵਾਬ ਵੀ ਸੁਣਨ ਨਾਲ ਹੈ ਸਾਧ ਸੰਗਤ ਜੀ। ਸੁਨੀਤੀ ਕਹਿੰਦੀ, ਧਰੂ ਮੇਰੇ ਪੁੰਨ ਨਹੀਂ ਹੈਗੇ, ਮੈਂ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਜਿਸ ਕਰਕੇ ਰਾਣੀ ਹੁੰਦਿਆਂ ਵੀ ਮੈਨੂੰ ਦਾਸੀ ਵਾਲਾ ਵਿਵਹਾਰ ਕੀਤਾ ਜਾਂਦਾ ਮੇਰੇ ਨਾਲ। ਹੇ ਧਰੂ ਮੇਰੇ ਪੁੰਨ ਨਹੀਂ ਹੈਗੇ, ਮੈਂ ਭਗਤੀ ਨਹੀਂ ਕੀਤੀ, ਇਸ ਕਰਕੇ even though I'm a queen, they treat me as if I'm a servant. ਔਰ ਭਗਤ ਧਰੂ ਕਹਿੰਦੇ ਆ ਕਿ ਫਿਰ ਇਸ ਦਾ ਮਤਲਬ ਮੈਨੂੰ ਰਾਜ ਨਹੀਂ ਮਿਲੂਗਾ। ਸੁਨੀਤੀ ਕਹਿਣ ਲੱਗੇ, ਮਾਂ ਸੁਨੀਤੀ, ਧਰੂ ਜੋ ਵੀ ਇਸ ਸੰਸਾਰ 'ਚ ਮਿਲਦਾ ਹੈ ਉਹ ਭਗਤੀ ਔਰ ਪੁੰਨ ਕਰਕੇ ਮਿਲਦਾ ਹੈ। ਜੇ ਤੂੰ ਵਾਹਿਗੁਰੂ ਦੀ ਆਰਾਧਨਾ ਕਰੂੰਗਾ ਸਿਰਫ ਉਦੋਂ ਹੀ ਤੈਨੂੰ ਰਾਜ ਮਿਲ ਸਕਦਾ ਹੈ। ਭਗਤ ਧਰੂ ਜੀ ਦਾ ਜਿਹੜਾ ਮਨ ਸੀ ਬਹੁਤ ਸਾਫ਼ ਔਰ ਬਹੁਤ ਕੋਮਲ। ਮਾਂ ਮੈਂ ਕਰੂੰਗਾ ਇਸ ਤਰ੍ਹਾਂ। ਧਰੂ said, I'm ready, ਮੈਂ ਭਗਤੀ ਕਰੂੰਗਾ, I will pray because I want to become the king. ਦੇਖੋ ਅਰਥ ਹੈ ਨਾ, ਅਰਥ ਚਾਹੁੰਦਾ ਹੈ ਉਹ। ਤਾਂ ਪਹਿਲਾਂ ਤਾਂ ਮਾਂ ਨੇ ਰੋਕਿਆ ਕਿ ਨਹੀਂ ਤੂੰ ਬਹੁਤ ਛੋਟਾ ਹੈ, ਤੇਰੀ ਉਮਰ 5-6 ਸਾਲ ਦੀ ਹੈ, ਤੂੰ ਕਿਵੇਂ ਜਾਊਂਗਾ ਜੰਗਲਾਂ 'ਚ ਭਗਤੀ ਕਰਨ। ਥੋੜਾ ਜਿਹਾ ਰੋਕਿਆ ਪਰ ਫਿਰ ਮਾਂ ਨੇ ਵੀ ਨਹੀਂ ਰੋਕਿਆ ਔਰ ਭਗਤ ਧਰੂ ਫਿਰ ਗਏ to do bhakti in the jungles. ਤੇ ਗੱਲ ਕੀ ਹੋਈ, ਸਭ ਨੂੰ ਪਤਾ ਚੱਲ ਗਿਆ ਕਿ ਧਰੂ ਹੁਣ ਜੰਗਲਾਂ 'ਚ ਜਾਣ ਲੱਗੇ, ਤਪੱਸਿਆ ਸ਼ੁਰੂ ਕਰਨ ਲੱਗੇ ਤਾਂ ਕਿ ਉਹਨਾਂ ਨੂੰ ਰਾਜ ਮਿਲੇ। ਔਰ ਉਦੋਂ ਹੀ ਉਤਾਨਪਾਦ ਆਏ ਔਰ ਭਗਤ ਧਰੂ ਜੀ ਨੂੰ ਰੋਕਣ ਲੱਗੇ ਕਿ ਧਰੂ ਤੂੰ ਨਾ ਜਾ, ਤੂੰ ਫਿਕਰ ਨਾ ਕਰ, ਤੈਨੂੰ ਕੁਛ ਮੈਂ ਦਊਂਗਾ ਜ਼ਰੂਰ। ਪਰ ਭਗਤ ਧਰੂ ਦਾ ਵਿਵੇਕ ਦੇਖੋ। ਪਿਤਾ ਜੀ ਮੈਂ ਤਾਂ ਅਜੇ ਤੱਕ ਭਗਤੀ ਸ਼ੁਰੂ ਵੀ ਨਹੀਂ ਕੀਤੀ, ਅਜੇ ਤੋਂ ਮੈਂ ਸਿਰਫ ਸੋਚਿਆ ਸੀ ਕਿ ਮੈਂ ਵਾਹਿਗੁਰੂ ਦੀ ਆਰਾਧਨਾ ਕਰੂੰਗਾ ਔਰ ਦੇਖੋ ਤੁਸੀਂ ਮੇਰੇ ਪਿੱਛੇ ਪਿੱਛੇ ਆ ਗਏ। ਜੇ ਮੈਂ ਆਰਾਧਨਾ ਕਰੂੰਗਾ ਤਾਂ ਪਤਾ ਨਹੀਂ ਕਿਆ ਦੇ ਦੇਣਗੇ ਮੈਨੂੰ ਵਾਹਿਗੁਰੂ, ਮੈਨੂੰ ਹੋਰ ਕਿਆ ਮਿਲ ਸਕਦਾ ਹੈ। ਮੈਂ ਤਾਂ ਸਿਰਫ ਸੋਚਿਆ ਸੀ ਭਗਤੀ ਕਰਨ ਵਾਸਤੇ ਔਰ ਆਲਰੇਡੀ ਤੁਸੀਂ ਮੇਰੇ ਪਿੱਛੇ ਆ ਗਏ। ਹੁਣ ਨਹੀਂ ਮੈਂ ਪਿੱਛੇ ਹਟਦਾ। I will definitely go into the jungles and earn penances and austerities and do aradhana, meditation on Vaheguru. ਇਹੀ ਵਿਵੇਕ ਹੁੰਦਾ ਸਾਧ ਸੰਗਤ ਜੀ। ਸਮਟਾਈਮਸ ਜਦੋਂ ਆਪਾਂ ਚਿੱਤ ਬਣਾਉਂਦੇ ਹਾਂ ਕਿ ਹੁਣ ਮੈਂ ਲੜੀ ਨਹੀਂ ਤੋੜਨੀ, ਅੰਮ੍ਰਿਤ ਵੇਲਾ ਕਰੂੰਗਾ ਜਾਂ ਇੰਨੇ ਸਹਿਜ ਪਾਠ ਜਾਂ ਇੱਕ ਸਹਿਜ ਪਾਠ ਨੂੰ ਸੰਪੂਰਨ ਕਰੂੰਗਾ ਜਾਂ ਇਹ ਬਾਣੀਆਂ ਨੂੰ ਪੜੂੰਗਾ ਜਾਂ ਇੰਨੀ ਸਾਧਨਾ ਸਵੇਰੇ ਸਿਮਰਨ ਦੀ ਕਰੂੰਗਾ, ਜਦੋਂ ਆਪਾਂ ਮਨ ਦੇ ਵਿੱਚ ਸੋਚ ਬਣਾਉਂਦੇ ਹਾਂ ਤਾਂ ਬਹੁਤ ਤਰੀਕੇ ਦਾ ਨਾਲ ਮਾਇਆ ਆ ਕੇ ਸਾਨੂੰ ਰੋਕਦੀ ਵੀ ਹੈ। ਉਹ ਦੱਸਦੀ ਨਹੀਂ ਕਿ ਮੈਂ ਹੁਣ ਮਾਇਆ ਆਈ ਹਾਂ ਤੈਨੂੰ ਰੋਕਣ, ਇਸ ਤਰ੍ਹਾਂ ਨਹੀਂ ਪਤਾ ਚੱਲਦਾ। ਕੋਈ ਨਾ ਕੋਈ ਵਿਘਨ ਪੈਣ ਲੱਗ ਜਾਂਦਾ ਹੈ। ਪਰ ਜੇ ਨਿਸ਼ਚਾ ਪੂਰਾ ਹੋਵੇ ਕਿ ਨਾ ਇੱਧਰ ਦਾ ਨਾ ਉੱਧਰ ਦਾ, ਇਹ ਕਰਕੇ ਹੀ ਰਹਿਣਾ ਹੈ, ਤਾਂ ਫਿਰ ਉਹ ਕਾਰਜ ਸਫਲਾ ਵੀ ਹੋ ਜਾਂਦਾ ਹੈ। ਬਸ ਸ਼ੁਰੂ ਦੇ ਵਿੱਚ ਥੋੜ੍ਹੀ ਰੁਕਾਵਟ ਆਉਂਦੀ ਹੈ ਟੈਸਟਿੰਗ ਵਾਸਤੇ ਕਿ ਤੂੰ ਐਕਚੁਅਲੀ ਕਰਨਾ ਚਾਹੁੰਦਾ ਵੀ ਹੈ ਕਿ ਨਹੀਂ। ਐਂਡ ਐਕਚੁਅਲੀ ਇਟਸ ਅ ਵੈਰੀ ਗੁੱਡ ਥਿੰਗ ਦੈਟ ਯੂ ਗੈਟ ਟੈਸਟਡ, ਬਿਕਾਜ਼ ਉਹਦੇ ਨਾਲ ਤੁਹਾਡਾ ਦਮ, ਤੁਹਾਡਾ ਜੋਸ਼ ਉਹ ਵੱਧਦਾ ਹੈ। You overcome one obstacle, you get the power to overcome the next one. But if you don't overcome one obstacle, you lose the power to overcome the next one. So ਜਦੋਂ ਕੋਈ ਵਿਘਨ ਆਵੇ, definitely try to overcome it. Because ਜੇ ਤੁਸੀਂ ਉੱਥੇ ਹਾਰ ਗਏ ਤਾਂ ਦੂਜੇ ਵਿਘਨ ਦਾ ਸਾਹਮਣੇ ਕਰਨ ਦੇ ਵਿੱਚ ਵੀ ਬਲ ਘਟ ਜਾਣਾ ਹੈ। ਪਰ ਜੇ ਤੁਸੀਂ ਪਹਿਲੇ ਵਿਘਨ ਦਾ ਸਾਹਮਣਾ ਬਹੁਤ ਬਲ ਦੇ ਨਾਲ ਕਰਿਆ ਤਾਂ ਦੂਜੇ ਵਿਘਨ ਦਾ ਸਾਹਮਣਾ ਕਰਨ ਵਾਸਤੇ ਜ਼ਿਆਦਾ ਬਲ ਵੱਧਦਾ ਹੈ। ਇਸ ਵਾਸਤੇ ਸਾਧ ਸੰਗਤ ਜੀ ਪਿੱਛੇ ਨਹੀਂ ਹਟਣਾ, ਪੂਰਾ ਦਮ ਲਗਾ ਕੇ ਸਾਧਨਾ ਕਰਨੀ ਹੈ। ਇਸੇ ਤਰ੍ਹਾਂ ਧਰੂ ਫਿਰ ਜੰਗਲਾਂ ਨੂੰ ਗਏ
ਤੇ ਉਹਨਾਂ ਨੇ ਸਾਧਨਾ ਕੀਤੀ। ਔਰ ਭਗਤ ਧਰੂ ਜੀ ਨੇ ਆਪਣੇ ਮਨ ਦੇ ਵਿੱਚ ਬਿਠਾ ਲਿਆ ਸੀ ਕਿ ਮੈਂ ਸਾਧਨਾ ਕਰੂੰਗਾ, ਮਹਾਰਾਜ ਦੇ ਮੈਨੂੰ ਦਰਸ਼ਨ ਹੋਣਗੇ ਤਾਂ ਫਿਰ ਉਹਨਾਂ ਤੋਂ ਮੈਂ ਮੰਗੂੰਗਾ ਕਿ ਮੈਨੂੰ ਰਾਜ ਦਿਓ। ਅਰਥਾਰਥੀ ਜੰਗਲਾਂ ਤੋਂ ਜਾਂਦਿਆਂ ਜਾਂਦਿਆਂ ਉੱਥੇ ਨਾਰਦ ਮੁਨੀ ਜੀ ਆ ਗਏ। ਨਾਰਦ ਜੀ ਆਏ, ਕਹਿੰਦੇ ਧਰੂ ਤੂੰ ਤਾਂ 5-6 ਸਾਲ ਦਾ, ਤੂੰ ਕਿਵੇਂ ਜਾਊਂਗਾ ਜੰਗਲਾਂ 'ਚ? ਤੈਨੂੰ ਪਤਾ ਵੀ ਹੈ ਤੂੰ ਆਰਾਧਨਾ ਕਿਵੇਂ ਕਰਨੀ ਹੈ? ਧਰੂ ਦੇਖਣ ਲੱਗੇ, ਨਹੀਂ ਮਹਾਰਾਜ ਪਤਾ ਤਾਂ ਹੈ ਨਹੀਂ ਮੈਨੂੰ ਆਰਾਧਨਾ ਕਿਵੇਂ ਕਰਨੀ ਹੈ, ਪਰ ਤੁਸੀਂ ਮਹਾਰਿਸ਼ੀ ਹੋ, ਤੁਸੀਂ ਮੇਰੀ ਮਦਦ ਕਰੋ, ਮੈਂ ਕਿਵੇਂ ਆਰਾਧਨਾ ਕਰਾਂ? ਫਿਰ ਨਾਰਦ ਜੀ ਨੇ ਉਹਨਾਂ ਨੂੰ ਮੰਤਰ ਦਿੱਤਾ ਤੇ ਕਿਹਾ ਇਸ ਮੰਤਰ ਦੀ ਆਰਾਧਨਾ ਕਰ, ਵਾਹਿਗੁਰੂ ਦੀ ਆਰਾਧਨਾ ਕਰ, ਉਹ ਦਰਸ਼ਨ ਦੇਣਗੇ, ਪਰ ਆਪਣੇ ਚਿੱਤ ਨੂੰ ਡੋਲਣ ਨਾ ਦੇਈ, ਪੂਰਾ ਪੂਰਾ ਨਿਸ਼ਚੈ ਕਰਕੇ ਜਾਪ ਕਰੀ, ਆਰਾਧਨਾ ਕਰੀ। ਤਾਂ ਹੀ ਮਹਾਰਾਜ ਕਹਿੰਦੇ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਪੂਰੇ ਨਿਸ਼ਚੈ ਨਾਲ ਕਰੀ। ਸੋ ਹੀ ਡਿਡ। ਪੂਰੇ ਨਿਸ਼ਚੈ ਨਾਲ ਇੱਕ ਛੋਟੇ ਬਾਲਕ ਨੇ ਆਰਾਧਨਾ ਕਰਿਆ ਔਰ ਫਿਰ ਭਗਵਾਨ ਪ੍ਰਗਟ ਹੋਏ। ਧਰੂ ਤੂੰ ਮੈਨੂੰ ਬੁਲਾਇਆ ਸੀ, ਮੰਗ ਕੀ ਮੰਗਦਾ ਹੈ? What is it that you want? ਧਰੂ, भगवान मुझे राज दो, मेरे पिता मुझे राज नहीं दे सकते, आप मुझे राज दो। और वाहिगुरु तो जो भी मंग मंगते हैं वो पूरी करता है। भगत ਧਰੂ ने फिर बहुत समय तक राज करिया। एक पड़ोसी दा राजा सी उतानपाद दे लेवल दा, ते किस कारण करके उसनों अपनी गद्दी छड्डी नहीं पई ਤੇ ਉਸ ਦਾ ਕੋਈ ਅਯੋਗ ਅੱਗੇ ਹੈ ਵੀ ਨਹੀਂ ਸੀ ਜਿਹੜਾ ਗੱਦੀ ਲੈ ਸਕੇ, ਔਰ ਉਹ ਗੱਦੀ ਫਿਰ ਧਰੂ ਨੂੰ ਮਿਲੀ ਸੀ ਤੇ ਧਰੂ ਨੇ ਬਹੁਤ ਸਮਾਂ ਰਾਜ ਕਰਿਆ। ਔਰ ਇਹਦੀ ਸਾਖੀ 'ਚ ਆਪਾਂ ਥੋੜ੍ਹੀ ਦੇਰ ਪੜ੍ਹ ਕੇ ਵਾਪਸ ਆਉਂਦੇ ਹਾਂ ਕਿ ਬਾਅਦ ਦੇ ਵਿੱਚ ਕੀ ਹੋਇਆ। ਮਹਾਰਾਜ ਇੱਥੇ ਕਹਿੰਦੇ ਹੈ, ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ। ਸਾਰੀਆਂ ਆਸਾਂ ਪੂਰਨ ਹੁੰਦੀਆਂ ਜੋ ਤੁਸੀਂ ਵਾਹਿਗੁਰੂ ਤੋਂ ਮੰਗਦੇ ਹੋ। ਖੰਡਨੰ ਕਲ ਕਲੇਸ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਪਰ ਜੇ ਤੁਸੀਂ ਵਾਹਿਗੁਰੂ ਨੂੰ ਕਦੇ ਪੁੱਛ ਸਕੋ ਕਿ ਵਾਹਿਗੁਰੂ ਤੂੰ ਕੀ ਚਾਹੁੰਦਾ ਕਿ ਮੈਂ ਕਿਆ ਮੰਗਾ ਤੇਰੇ ਤੋਂ, ਕਿਉਂਕਿ ਤੁਸੀਂ ਤਾਂ ਕੁਛ ਵੀ ਦੇ ਸਕਦੇ ਹੋ, ਪਰ ਕੁਛ ਇਹੋ ਜਿਹੀ ਚੀਜ਼ਾਂ ਕਿ ਮੈਂ ਸੰਸਾਰ ਤੋਂ ਵੀ ਚਲੋ ਲੈ ਵੀ ਸਕਦਾ ਹੈ, ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਉਹ ਕਿਹੜੀ ਚੀਜ਼ਾਂ ਹੈ ਜਿਹੜੀ ਸਿਰਫ ਤੁਸੀਂ ਦੇ ਸਕਦੇ ਹੋ ਔਰ ਕੋਈ ਵੀ ਸੰਸਾਰ 'ਚ ਨਹੀਂ ਦੇ ਸਕਦਾ? ਉਹਨੂੰ ਮੰਗਣ ਦਾ ਕੋਈ ਬਣਦਾ ਵੀ ਹੈ। ਤਾਂ ਮਹਾਰਾਜ ਦੂਸਰੀ ਹੀ ਪੰਕਤੀ 'ਚ ਕਹਿੰਦੇ ਹੈ, ਖੰਡਨੰ ਕਲ ਕਲੇਸ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। 3 ਚੀਜ਼ਾਂ ਜੋ ਮਾਤਰ ਵਾਹਿਗੁਰੂ ਤੋਂ ਮਿਲਦੀਆਂ ਹੈ। 1 ਕਲ ਮੀਨਿੰਗ ਕਲਪਨਾ ਦਾ ਖੰਡਨ ਹੋ ਜਾਣਾ। ਤੁਸੀਂ ਕਦੇ ਗੌਰ ਕੀਤਾ ਕਿ ਕਲਪਨਾ ਦਾ ਮਤਲਬ ਕੀ ਹੈ? ਕਲ ਪਨਾ ਜਾਂ ਤਾਂ ਆਉਣ ਵਾਲੇ ਕੱਲ 'ਚ ਜੀਣਾ ਜਾਂ ਬੀਤੇ ਹੋਏ ਕੱਲ 'ਚ ਜੀਣਾ। tomorrowness or yesterdayness, this is what we live in. ਜਾਂ ਤਾਂ ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਆਪਣੇ 'ਚ ਦੁੱਖ ਜੋ ਵੀ ਇਮੋਸ਼ਨਸ ਉਹਦੇ ਨਾਲ ਆਉਂਦੀ ਉਹਦੇ ਵਿੱਚ ਜੀਣੇ ਹੈ, ਜਾਂ ਕੱਲ ਦੀ ਫਿਕਰ ਕਰਦਿਆਂ ਪਤਾ ਨਹੀਂ ਕੱਲ ਕਿਆ ਹੋ ਜਾਣਾ ਹੈ, ਕਿਵੇਂ ਹੋਊਗਾ, ਪਤਾ ਨਹੀਂ ਹੋਊਗਾ ਵੀ ਨਹੀਂ, ਉਹ ਚਿੰਤਾ 'ਚ ਆਪਾਂ ਜੀਣੇ ਹੈ। ਔਰ ਦੋਨੋਂ ਹੀ ਮਿੱਥਿਆ ਹੈ। Because yesterday is a memory and tomorrow is imagination. Yesterday is a memory. Do memories actually exist? Can you prove them now again? They are just imprints on the mind. And imaginations for tomorrow, can you prove they exist? They are imprints on the mind. You either live in memories or imagination. What type of living is that? It's definitely not a real type of living. या तो कल दी चिंता या अगे आउण दे कल दी चिंता, बस यही चिंता च डोलदा रहिंदा है। तुसीं खुद अपने मन दा गौर करना कि तुहाडी मन दे विच चलदा क्या है। या तो कल दा कुछ रिलेटेड होगा जो देखिया है, what happened
ਜੋ ਵੀ ਪਿਛਲੇ 'ਚ, ਜਾਂ ਜੋ ਅੱਗੇ ਆਉਣ ਵਾਲਾ ਉਸ ਦੀ ਕੋਈ ਰਿਲੇਟਡ ਖਿਆਲ ਹੋਊਗਾ। ਮਹਾਰਾਜ ਕਹਿੰਦੇ ਬਸ ਇਸ ਦੇ ਵਿੱਚ ਡੋਲਦਾ ਰਹਿੰਦਾ ਉਹ, ਜਾਂ ਇੱਧਰ ਜਾਂ ਉੱਧਰ। ਜੋ ਹੁਣੀ ਹੈ, ਪ੍ਰਤੱਖ ਹੈ ਸਾਹਮਣੇ, ਉਹਦੇ ਵਿੱਚ ਨਹੀਂ ਰਹਿੰਦਾ ਉਹ। ਬਿਕਾਜ਼ ਹੁਣ ਰਹਿਣ ਦੇ ਵਿੱਚ ਮਨ ਦੀ ਮੌਤ ਹੁੰਦੀ ਹੈ। ਮਨ ਕਿੱਥੇ ਗਿਆ? when you're in the present, you are here and not thinking of anything and the mind dies. ਤੁਸੀਂ ਗੌਰ ਕਰੋ, ਬਾਣੀ ਪੜ੍ਹਦੇ ਹਾਂ ਆਪਾਂ, ਜਪਜੀ ਸਾਹਿਬ ਸਵੇਰੇ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ, ਕਿਆ ਚੱਲਦਾ ਉਸ ਦੇ ਵਿੱਚ? ਪ੍ਰਤੱਖ ਇਨ ਦ ਪ੍ਰੈਜ਼ੈਂਟ ਤਾਂ ਬਾਣੀ ਹੀ ਹੈ, ਪਰ ਮਨ 'ਚ ਕਿਆ ਚੱਲ ਰਿਹਾ ਹੁੰਦਾ ਹੈ? ਜਾਂ ਤਾਂ ਕੋਈ ਕੱਲ੍ਹ ਦੀ ਗੱਲ, ਜਾਂ ਆਉਣ ਵਾਲੇ ਸਮੇਂ ਦੀ ਗੱਲ। ਖਾਣਾ ਬਣਾਉਣਾ ਹੈ, ਸਕੂਲ ਜਾਣਾ ਹੈ, ਨੌਕਰੀ ਲੱਗਣੀ ਹੈ, ਜ਼ਿਆਦਾ ਟਾਈਮ ਤਾਂ ਨਹੀਂ ਹੋ ਗਿਆ, ਟ੍ਰੈਫਿਕ ਵੀ ਹੋਣਾ ਹੈ, ਕੱਲ੍ਹ ਦੀ ਗੱਲ। ਜਾਂ ਉਹਨੇ ਮੈਨੂੰ, this is a famous one we've heard a lot, ਉਹਨੇ ਮੈਨੂੰ, ਮੈਂ ਉਹਨੂੰ ਘਰ, ਮੈਨੂੰ ਬੁਲਾਇਆ, ਮੈਂ ਉਹਦੇ ਘਰ ਗਿਆ ਅਤੇ ਉਹਨੇ ਚਾਹ ਵੀ ਨਹੀਂ ਪੁੱਛਿਆ ਮੈਨੂੰ, ਤਾਂ ਉਹ ਮੇਰੇ ਘਰ ਆਊਗਾ, ਮੈਂ ਪਾਣੀ ਵੀ ਨਹੀਂ ਪੁੱਛਣਾ। ਬਸ ਇਹੀ ਜਿਹੀ ਚਿੰਤਾਵਾਂ ਓਵਰ ਐਂਡ ਓਵਰ ਅਗੈਨ। ਜਦੋਂ ਪ੍ਰਤੱਖ ਕੀ ਹੈ? ਬਾਣੀ, ਰਾਈਟ ਦੇਅਰ। ਮਨ ਪ੍ਰੈਜ਼ੈਂਟ 'ਚ ਨਹੀਂ ਰਹਿ ਪਾਉਂਦਾ। ਔਰ ਇਸ ਲੜੀ ਨੂੰ ਤੋੜਨ ਵਾਸਤੇ ਕਿ ਮਨ ਨਾ ਇੱਧਰ ਜਾਵੇ ਨਾ ਇੱਧਰ ਜਾਵੇ, ਇੱਥੇ ਰਹੇ, ਉਸ ਵਾਸਤੇ ਮਹਾਰਾਜ ਕਹਿੰਦੇ ਸਿਮਰਨ ਕਰ, ਪੂਰੇ ਹੋਸ਼ ਦੇ ਨਾਲ ਸਿਮਰਨ। ਮੈਂ ਕਦੇ ਨਹੀਂ ਕਹਿੰਦੀ ਕਿਸੇ ਨੂੰ ਕਿ ਅੰਮ੍ਰਿਤ ਵੇਲਾ ਸਵਾਰੋ। ਮੈਂ ਹਮੇਸ਼ਾ ਕਹਿੰਦੀ ਹਾਂ ਆਪਣਾ ਸੌਣ ਦਾ ਸਮਾਂ ਸੰਭਾਲੋ। ਬਿਕਾਜ਼ ਅੰਮ੍ਰਿਤ ਵੇਲੇ ਹੋ ਹੀ ਨਹੀਂ ਸਕਦਾ ਜਦੋਂ ਤੁਸੀਂ 12-12, 1-1 ਵਜੇ ਸੌਂਗੇ। ਯੂਰ ਬਾਡੀ ਨੀਡ ਸਲੀਪ। ਆਪਾਂ ਵੱਡੇ ਮਹਾਂਪੁਰਸ਼ਾਂ ਸੰਤਾਂ ਦੀ ਨਕਲ ਹੁਣ ਨਹੀਂ ਕਰ ਸਕਦੇ, ਉਹਨਾਂ ਨੇ ਬਹੁਤ ਜ਼ਿਆਦਾ ਦੇਰ ਤੱਕ ਤਪ ਕੀਤਾ ਹੈ। For us right now, especially if you're young, your body requires, according to its circadian rhythms and its hormonal balances, a good chunk of sleep done on time. Scientists say that if you go to sleep before 10 p.m., you have the capacity to wake up for 3 to 4 fully rested, because the most restful period of time in the night is between 10 to 2 a.m. Those 4 hours are absolutely critical. If you sleep, let's say at 9:30, you'll have the ability to get up in 6 hours. A little practice will be needed, adjustment period, but you'll be fine. But if you go to sleep at 11 or 12, you'll need significantly more time to sleep to get up just as rested. I'm saying for those who have a daytime work schedule and you can go to sleep early, you should go to sleep early. Those that do night duty, that's a different topic, right? For you, there is obviously the fact that you're working at nighttime. But for those that can sleep, especially to the youth, I'm not saying that you can't enjoy life or do what you'd like to do. But going to sleep early is not only going to benefit your Amrit Vela, but it's going to benefit your health, it's going to benefit your mental status, you'll be less prone to depression and anxiety. This is going to be very helpful for you in all matters. And the most successful people out there, not even spiritually successful people, I am talking about the CEOs of Fortune 500 companies, look at when they wake up. And they wake up very early in the morning. They are not snoozers. And they sleep early, they wake up early. Why is it that successful people, productivity levels are higher when you wake up in the morning? And Maharaj is saying, Enu sambhalo. Matlab, hun de vich raho. Back to kalpana. ਕੱਲ੍ਹ ਦਾ ਮਤਲਬ ਹੁੰਦਾ ਕਲਪਨਾ, ਜਾਂ ਤਾਂ ਕੱਲ੍ਹ ਦੇ ਵਿੱਚ ਰਹਿਣਾ ਜਾਂ ਆਉਣ ਵਾਲੇ ਕੱਲ੍ਹ 'ਚ ਰਹਿਣਾ। ਇਸ ਨੂੰ ਖੰਡਨ ਕਰਨ ਵਾਸਤੇ ਸਿਮਰਨ ਜ਼ਰੂਰੀ ਹੈ। Why I started the topic of Amrit Vela was, ਜਦੋਂ ਤੁਸੀਂ ਸਿਮਰਨ ਕਰਦੇ ਹੈ ਔਰ ਬਾਰ-ਬਾਰ ਨੀਂਦ ਆਵੇ, ਉਹ ਬੈਨੀਫਿਟ ਨਹੀਂ ਮਿਲ ਰਿਹਾ ਜਿਹੜਾ ਸਿਮਰਨ ਤੁਹਾਨੂੰ ਦੇਣਾ ਚਾਹੁੰਦਾ ਹੈ। ਸਿਮਰਨ ਪੂਰੇ ਹੋਸ਼ 'ਚ ਹੋਣਾ ਚਾਹੀਦਾ ਹੈ ਤਾਂ ਕਿ ਮਨ ਇੱਕ ਜਗ੍ਹਾ ਲੱਗੇ। ਪਰ ਜੇ ਤੁਸੀਂ ਸਿਮਰਨ ਮੂੰਹ ਦੇ ਨਾਲ ਹੀ ਕਰ ਰਹੇ ਹੋ ਔਰ ਮਨ ਸੋ ਰਿਹਾ ਹੈ, ਉਸ ਦੀ ਪ੍ਰੈਕਟਿਸ ਨਹੀਂ ਹੋ ਰਹੀ ਤਾਂ ਕਿ ਉਹ ਕਲਪਨਾ ਮਰੇ। ਪੂਰਾ ਹੋਸ਼ ਹੋਵੇ, full awareness. ਵਾਹਿਗੁਰੂ। And it's a very unique combination, full awareness, but very soft in the jap. Your eyes shouldn't be like this. That means there's stress somewhere. It should be very light, but in full awareness. And you'll see the quality of your Simran will go up.
full awareness. Vaheguru, Vaheguru, Vaheguru. And if you'd like to do it a different way, extending the mantra will help you focus your mind in so that it stops moving. If you would like to do the jap this way, all you have to do is the longer versions of the mantra, va and ru, just get extended because of dirgh matra ne, right? Lambiya matra ne. So you do this. Vaheguru, fully focused hosh. और तुसी देखोगे जिथे वाह ते रू आंदा है उथे मन हिलदा नहीं आना उथे स्थिर हुंदा है. And so you can train your mind to cut this kalpana so it stays in one place. Maharaj कहने खंडनं कल कलेस है. Kales, kalesh. Do you know what kalesh means? There's 5 major kalesh. The 5 major defects in identity. That's what kalesh means. 5 kalesh ne साध संगत जी, जिसदा पहला कलेश है अविद्या. मतलब माया ने पर्दा करया होया है. तू अपने रूप नू नहीं जानता. महाराज क्यों बार बार कहने हैं मन तू जोत स्वरूप है. गुरु महाराज ये नहीं कहते कि तू दे है. महाराज ये भी नहीं कहते कि तू मन है. वो कहने तू जोत स्वरूप है. पर क्यों आप इत्थे बैठे हैं सारे, क्यों नहीं वो प्रतीत हुंदा कि मैं जोत है. Why does it feel like I'm a mind or a body? Because this is a covering done by avidya, which is the first fundamental defect in identity. Avidya. और जदों अविद्या पै गई ऊपर और अपने स्वरूप नूं भुल गए तो उस तो दूजा रोग पैदा हुंदा है कलेश, और वो है अस्मिता. अपने मन नूं ही आत्मा समझ लेना कि मैं मन ही हाँ. महाराज कहंदे नहीं मन है, कहंदे तू जोत स्वरूप है. अपना मूल पहचान, मन जिथों आया है उसनूं पहचान. बट अस्मिता मतलब कि मैं हुण अपने आप नूं मन समझ लिया है. और मन का क्या स्वभाव है, उस तो दूसरे 2 कलेश प्रगट हुंदे हैं. एक तां राग और एक द्वेष. मन का स्वभाव है कि जो उसके प्रतिकूल चीज़ होवे उस नाल चिंबड़ जाना. जो मैनू पसंद चीज़ है, जो मेरे फायदे की चीज़ है, उस दे नाल मैं चिंबड़ जाना. और जो मेरे जो अनुकूल होवे उस दे नाल चिंबड़ जाना, जुड़ जाना. और जो प्रतिकूल होवे मतलब मेरे काम की चीज़ नहीं, उसनू द्वेष करना, परे करना. ये मन का स्वभाव है. ये 2 कलेश पैदा होने हैं. फॉर एग्जाम्पल, आह मेरा बच्चा है और ये मेरा नहीं है. मनु पैसा चाहिए है, रोग नहीं चाहिए. तो तुसी देखो अपना जीवन किमें जिउने हैं. जिहड़ी चीज़ां तुहाडे अनुकूल होंदियां उस उन्हां नूं तुसी अपने कोल रखना चाहुंदे. पैसे मेरे तो कोल ना जावे, रोग स्वास्थ्य मेरे कोल होवे, वधिया जॉब होवे, सारे परिवार मेरे अनुसार चलन. दीज आर थिंग्स दैट यू वांट, अटैचमेंट्स. और द्वेष केड़े हैं? मनु कोई रोग ना चिंबड़े, पैसे दी कदे कमी ना आवे, करियर मेरा कदे बुरा ना होवे, और जो मेरे परिवार वाले हैं वो मेरे तो दूर ना होण. राइट? these are your hatreds. These are the things you don't want. So एक बंदा ना घेरे दे विच घुम्मण लग जांदा है कि आह चीज़ां मैनूं चाहीदियां, आह चीज़ां मैनूं नहीं चाहीदियां. पर सृष्टि कदे इस तरह दी हुंदी नहीं हैगी. A lot of the times things that you don't want you're going to get, and a lot of the times things you do want you're not going to get. और फिर इस तो 5वां कलेश पैदा हुंदा है जिसका नाम है अभिनिवेश. आने वाले कल की चिंता करनी. जिहड़ा पैसा मेरे कोल है किते चले ना जावे, जिहड़े मेरे परिवार आ रहे हैं मैनूं छड्ड ना जाण, किते काम खराब ना हो जावे. जे सी इन्ना कुछ कमा लिया, सारी जिंदगी मेहनत करी, पर अजे तक खुश नहीं हो सकते उहदे विच. क्यों? क्योंकि किते चले ना जावे. अगे क्या होगा? मौत आने वाली है, फिर क्या होगा?
ਅਭਿਨਵੇਸ਼। ਇਹ 5 ਕਲੇਸ਼ਾਂ 'ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਔਰ ਮਹਾਰਾਜ ਕਹਿੰਦੇ ਇਹ 5 ਕਲੇਸ਼ਾਂ ਦਾ ਖੰਡਨ ਹੋ ਸਕਦਾ ਪ੍ਰਭੂ ਦੀ ਕਿਰਪਾ ਦੇ ਨਾਲ। ਵਾਹਿਗੁਰੂ ਖੰਡਨ ਕਿਸ ਚੀਜ਼ ਨੂੰ ਕਰਦੇ ਹੈ? ਉਹ ਸਭ ਤੋਂ ਪਹਿਲਾ ਜਿਹੜਾ ਕਲੇਸ਼ ਹੈ ਨਾ ਅਵਿਦਿਆ, ਉਸ ਨੂੰ ਛੇਦ ਮਾਰਦੇ ਹੈ। ਔਰ ਦੂਸਰੇ ਜਿਹੜੇ 4 ਕਲੇਸ਼ ਹੈ ਉਹ ਆਪਣੇ ਆਪ ਖਤਮ ਹੋ ਜਾਂਦੇ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅਵਿਦਿਆ ਜਾਂ ਅੰਧੇਰਾ ਇੱਕੋ ਹੀ ਗੱਲ ਹੈ। So look what they're saying. ਇਹ ਹੋ ਗਏ 2 ਚੀਜ਼ਾਂ। ਖੰਡਨੰ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਆਪਾਂ ਕਦੇ ਕਦੇ ਆਪਾਂ ਅੱਖਾਂ ਵੀ ਬੰਦ ਕਰ ਲਈਦੀਆਂ, ਔਰ ਬਹੁਤ ਬਾਰੀ ਗੁਰਬਾਣੀ 'ਚ ਇਹ ਕਿਹਾ, ਜੋ ਸਹਿਜ ਪਾਠ ਕਰਦੇ ਨੇ ਤੁਹਾਨੂੰ ਤਾਂ ਪਤਾ ਹੀ ਹੋਣਾ ਕਿ ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਬਹੁਤ ਵਾਰੀ ਸੁਣਿਆ, ਔਰ ਬਹੁਤ ਹੋਰ ਤਰੀਕੇ ਦੇ ਨਾਲ ਮਹਾਰਾਜ ਗੁਰਬਾਣੀ 'ਚ ਕਹਿੰਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਾਹੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਪਰ ਫਿਰ ਵੀ ਇੰਨੀ ਵਾਰ ਮਹਾਰਾਜ ਦੇ ਕਹਿਣ 'ਚ ਕਿ ਉਹ ਤੇਰੇ ਅੰਦਰ ਹੀ ਹੈ, ਔਰ ਅੰਦਰ ਹੀ ਖੋਜ, ਘੱਟ ਹੀ ਖੋਜੋ ਭਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬਾਰ ਬਾਰ ਕਹਿੰਦੇ हैं, but still when we look inwards we live in imagination and we think ਵਾਹਿਗੁਰੂ ਕਿਤੇ ਹੋਣਗੇ। ਰਾਈਟ? ਕਲਪਨਾ ਤਾਂ ਇਹੀ ਹੁੰਦੀ ਹੈ, ਵਾਹਿਗੁਰੂ ਕਿਤੇ ਹੋਣਗੇ। we look up to the sky, ਵਾਹਿਗੁਰੂ ਕਦੋਂ ਆਊਂਗਾ। ਬਾਹਰ ਆਪਾਂ ਸਟਿਲ ਬਾਹਰ ਖੋਜਦੇ ਹਾਂ, ਔਰ ਮੋਸਟਲੀ ਕਲਪਨਾ 'ਚ ਖੋਜਦੇ ਹਾਂ। ਔਰ ਮਹਾਰਾਜ ਕਹਿੰਦੇ ਕਲਪਨਾ ਨੂੰ ਮਾਰ ਹੁਣ 'ਚ ਜੀ, ਬਿਕਾਜ਼ ਉਹ ਇੱਕਦਮ ਉੱਥੇ ਹੀ ਹੈ ਜਿੱਥੇ ਤੂੰ ਬੈਠਾ ਹੈ। ਅੱਖ ਤੇਰੀ ਖੁੱਲਦੀ ਹੈ ਨਾ, ਤਾਂ ਤੂੰ ਇਹ ਨਾ ਸੋਚ ਤੂੰ ਦੇਖ ਰਿਹਾ ਅੱਖ ਰਾਹੀਂ, ਉਹੀ ਬੈਠ ਕੇ ਦੇਖ ਰਿਹਾ। ਹੀ ਇਜ਼ ਦੈਟ ਕਲੋਸ। ਔਰ ਫਿਰ ਦੇਖੋ, ਤੁਸੀਂ ਦੇਖੋ ਨਾ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ। ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਪਹਿਲਾਂ ਕਿਆ ਹੁੰਦਾ ਹੈ? ਪਹਿਲਾਂ ਜੋ ਜਗਿਆਸੂ ਹੈ ਉਹ ਵਾਹਿਗੁਰੂ ਨੂੰ ਦੂਰ ਹੀ ਸਮਝਦਾ ਹੈ। ਰਾਈਟ? ਉਹ ਕਹਿੰਦਾ ਮਹਾਰਾਜ ਤੁਸੀਂ ਕਦੋਂ ਦਰਸ਼ਨ ਦਓਗੇ? ਫਿਰ ਮਹਾਰਾਜ ਉਪਦੇਸ਼ ਦਿੰਦੇ ਭਾਈ ਤੂੰ ਅੰਦਰ ਖੋਜ। ਗਾਵੈ ਕੋ ਜਾਪੈ ਦਿਸੈ ਦੂਰ। ਪਰ ਦਰਸ਼ਨ ਤੋਂ ਪਹਿਲਾਂ ਕਿਆ ਹੁੰਦਾ ਹੈ? ਗਾਵੈ ਕੋ ਜਾਪੈ, ਗਾਵੈ ਕੋ ਵੇਖੈ ਹਾਦਰਾ ਹਦੂਰ। ਫਿਰ ਹੁੰਦਾ ਹੈ ਕਥ ਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਸੋ ਮਹਾਰਾਜ ਇਹ ਬਖਸ਼ਿਸ਼ ਦਿੰਦੇ ਨੇ ਕਿ ਤੂੰ ਜਿੱਥੇ ਹੈ ਇੱਕਦਮ ਇੱਥੇ ਹੀ ਤੇਰੀ ਲਿਵ ਜੁੜਨ ਲੱਗ ਜਾਵੇ, ਔਰ ਕਲਪਨਾ ਕੱਟੀ ਜਾਵੇ ਕਿ ਵਾਹਿਗੁਰੂ ਕਿਤੇ ਹੋਣੇ ਹੈ। ਇੱਥੇ ਦ੍ਰਿੜ ਨਿਸ਼ਚਾ ਹੋ ਜਾਵੇ ਵੀ ਇੱਥੇ ਹੀ ਮਿਲਣੇ ਉਹਨਾਂ ਨੇ। ਰਾਈਟ? ਇਹ ਮਹਾਰਾਜ ਦੀ ਬਖਸ਼ਿਸ਼ਾਂ ਨੇ ਸਾਧ ਸੰਗਤ ਜੀ। ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ, ਹਬ ਰੰਗ ਮਾਣ ਹੈ ਜਿਸ ਸੰਗ, ਤੈਸਿਓ ਲਾਈਐ ਨੇ ਹੋ। ਦੇਖੋ ਉਹ ਕੀ ਕਹਿ ਰਹੇ ਹੈ? ਸਾਰੇ ਰੰਗ ਜੋ ਤੂੰ ਮਾਣਦਾ ਏ ਵਾਹਿਗੁਰੂ ਦੇ ਸੰਗ ਹੋ ਕੇ, ਤੈਸਿਓ ਲਾਈਐ ਨੇ ਹੋ। ਵਾਹਿਗੁਰੂ ਦੇ ਫਿਰ ਤੂੰ ਵਾਹਿਗੁਰੂ ਨੂੰ ਕਿਉਂ ਨਹੀਂ ਪ੍ਰੇਮ ਕਰਦਾ? ਐਂ ਕਿਉਂ ਹੈ ਕਿ ਆਪਾਂ ਵਾਹਿਗੁਰੂ ਤੋਂ ਬਿਨਾਂ ਕੋਈ ਰੰਗ ਕਿਉਂ ਨਹੀਂ ਭੋਗ ਸਕਦੇ? ਐਂ ਕਿਉਂ ਲਿਖਿਆ ਹੋਇਆ ਹੈ ਕਿ ਹਬ ਰੰਗ ਮਾਣ ਹੈ ਜਿਸ ਸੰਗ? ਵਾਹਿਗੁਰੂ ਦਾ ਹੋਣਾ ਜ਼ਰੂਰੀ ਕਿਉਂ ਹੈ ਮੇਰੇ ਭੋਗਣ 'ਚ? ਕਿਉਂਕਿ ਵਸਤੂਤਾ ਗੱਲ ਇਹ ਹੈ ਸਾਧ ਸੰਗਤ ਜੀ, ਜਿਹੜੀ ਵੀ ਚੀਜ਼ 'ਚ ਤੁਹਾਨੂੰ ਆਨੰਦ ਮਿਲਦਾ ਏ, ਆਨੰਦ ਆਪਣੇ ਆਤਮ ਸਰੂਪ ਵਾਹਿਗੁਰੂ ਦਾ ਹੀ ਹੁੰਦਾ ਏ। ਵਸਤੂ ਮਾਤਰ ਇੱਕ ਨਿਮਿਤ ਬਣਦੀ ਹੈ, ਔਰ ਸਾਨੂੰ ਭੁਲੇਖਾ ਪੈਂਦਾ ਮੈਨੂੰ ਵਸਤੂ ਤੋਂ ਆਨੰਦ ਮਿਲਿਆ। ਹਾਓ? ਤੁਹਾਨੂੰ ਬਹੁਤ ਪਿਆਸ ਲੱਗੀ ਹੈ, ਸਾਰਾ ਦਿਨ ਪਾਣੀ ਨਹੀਂ ਮਿਲਿਆ, ਤੀਵਰ ਇੱਛਾ ਹੈ ਮਨ ਦੇ ਵਿੱਚ ਕਿ ਪਾਣੀ ਮਿਲੇ। ਕੋਈ ਪ੍ਰੇਮੀ ਫਿਰ ਪਾਣੀ ਲੈ ਕੇ ਆ ਰਿਹਾ, ਪਾਣੀ ਮਿਲਿਆ ਤੇ ਪੀਤਾ, ਇੱਕਦਮ ਜਿਹੜੇ ਮਨ ਦੇ ਵਿੱਚ ਚੰਚਲਤਾ ਹੋ ਰਹੀ ਸੀ ਨਾ, ਪਾਣੀ ਮਿਲੇ ਪਾਣੀ ਮਿਲੇ, ਉਹ ਇੱਕਦਮ ਸ਼ਾਂਤ ਹੋ ਗਈ। ਬਸ ਇੱਕ ਛਣ ਵਾਸਤੇ ਸ਼ਾਂਤ ਹੋਈ, ਕਿਉਂਕਿ ਪਾਣੀ ਮਿਲ ਗਿਆ, ਅੱਛਾ ਪੂਰੀ ਹੋ ਗਈ। ਜਦੋਂ ਮਨ ਸ਼ਾਂਤ ਹੁੰਦਾ ਹੈ, ਆਤਮਾ ਤਾਂ ਉੱਥੇ ਹੀ ਹੈ, ਔਰ ਆਤਮਾ ਦਾ ਸਰੂਪ ਕੀ ਹੈ? ਆਨੰਦ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਦਾ ਸੱਚਿਦਾਨੰਦ ਸਰਬੰਗ ਪ੍ਰਣਾਸੀ। ਵਾਹਿਗੁਰੂ ਆਨੰਦ ਸਰੂਪ ਨੇ, ਤਾਂ ਉਸੀ ਟਾਈਮ ਜਦੋਂ ਮਨ ਸ਼ਾਂਤ ਹੁੰਦਾ ਹੈ, ਵਾਹਿਗੁਰੂ ਦਾ ਆਨੰਦ ਸਰੂਪ ਦੀ ਝਲਕ ਪੈਂਦੀ ਹੈ ਮਨ 'ਚ।
ਔਰ ਇੱਕਦਮ ਮਨ ਸ਼ਾਂਤ ਹੁੰਦਾ ਹੈ। ਪ੍ਰੋਬਲਮ ਇਹ ਆਉਂਦੀ ਹੈ ਕਿ ਮਨ ਫਿਰ ਦੂਸਰੀ ਇੱਛਾ ਕਰਕੇ ਚੰਚਲ ਦੁਬਾਰਾ ਸ਼ੁਰੂ ਹੋਣ ਲੱਗ ਜਾਂਦਾ ਹੈ। ਦੇਖੋ, ਇੱਕ ਇੱਛਾ ਤੀਵਰ ਸੀ, ਉਹ ਪੂਰੀ ਹੋਈ, ਮਨ ਐ ਹਿਲਦਾ ਸੀ ਤੇ ਮਨ ਸ਼ਾਂਤ ਹੋਇਆ। ਉਹਦੇ ਵਿੱਚ ਆਤਮ ਸਰੂਪ ਦਾ ਸਿੱਧਾ ਆਨੰਦ ਦਾ ਪ੍ਰਤੀਬਿੰਬ ਪਿਆ। ਪਰ ਕਿਆ ਹੋਇਆ, ਉੱਥੋਂ ਹੀ ਮਨ ਦੇ ਵਿੱਚ ਦੂਸਰੀ ਇੱਛਾ ਸ਼ੁਰੂ ਹੋਣ ਲੱਗ ਗਈ। ਪਾਣੀ ਤਾਂ ਮਿਲ ਗਿਆ, ਹੁਣ ਕੁਝ ਹੋਰ ਮਿਲਣਾ ਚਾਹੀਦਾ ਹੈ। ਫਿਰ ਚੰਚਲ ਹੋਇਆ ਔਰ ਉਹੀ ਪ੍ਰਤੀਬਿੰਬ ਹੁਣ ਖੋ ਗਿਆ ਦੁਬਾਰਾ। ਤਾਂ ਹੀ ਜਦੋਂ ਸਾਨੂੰ ਵਸਤੂ ਤੋਂ ਕੋਈ ਆਨੰਦ ਮਿਲਦਾ ਹੈ, ਥੋੜ੍ਹੀ ਦੇਰ ਤਾਂ ਆਨੰਦ ਰਹਿੰਦਾ ਹੈ, ਪਰ ਜਦ ਹੀ ਥੋੜ੍ਹੀ ਦੇਰ ਬਾਅਦ ਖਤਮ ਹੋਣ ਲੱਗ ਜਾਂਦਾ ਹੈ। ਬਹੁਤ ਇੱਛਾ ਸੀ ਕਿ ਬੱਚਾ ਹੋਵੇ, ਬੱਚਾ ਹੋ ਗਿਆ, ਥੋੜ੍ਹੀ ਦੇਰ ਤਾਂ ਆਨੰਦ ਰਿਹਾ, ਫਿਰ ਦੂਸਰੀਆਂ ਇੱਛਾ ਆ ਗਈਆਂ ਔਰ ਸੋਚਣ ਲੱਗਿਆ ਵੀ ਜਿਹੜਾ ਆਨੰਦ ਪਹਿਲਾਂ ਹੋਇਆ ਸੀ ਹੁਣ ਉਹ ਹੈ ਨਹੀਂ। ਘਰ, ਆਪਣਾ ਘਰ ਮੌਰਗੇਜ ਮਿਲ ਜਾਵੇ, ਘਰ ਖਰੀਦੀਏ ਤਾਂ ਘਰ ਮਿਲਿਆ, ਥੋੜ੍ਹੀ ਦੇਰ ਆਨੰਦ ਰਿਹਾ ਕਿਉਂਕਿ ਇੱਛਾ ਪੂਰੀ ਹੋਈ, ਪਰ ਫਿਰ ਦੂਸਰੀ ਇੱਛਾ ਆਉਣ ਲੱਗ ਗਈ, ਪੇਂਟਿੰਗ ਵੀ ਵਧੀਆ ਹੋਣੀ ਚਾਹੀਦੀ ਹੈ। ਥੋੜ੍ਹੀ ਦੇਰ ਬਾਅਦ ਐਂ ਵੀ ਹੋਣ ਲੱਗ ਗਿਆ ਵੀ ਉਹਦਾ ਤਾਂ ਘਰ ਜ਼ਿਆਦਾ ਬੜਾ ਹੈ, ਸ਼ਾਇਦ ਮੈਨੂੰ ਵੱਡਾ ਹੀ ਘਰ ਲੈ ਲੈਣਾ ਚਾਹੀਦਾ ਸੀ। ਉਹ ਆਨੰਦ ਖਤਮ ਹੋਇਆ। ਪਰ ਦੇਖੋ ਕੀ ਕਹਿੰਦੇ ਹੈ, ਹਬ ਰੰਗ ਮਾਣ ਹੈ ਜਿਸ ਸੰਗ ਤੈਸਿਓ ਲਾਈਐ ਨੇਹੋ, ਕਿ ਸਾਰੇ ਰੰਗ ਜੋ ਤੂੰ ਮਾਣਦਾ ਹੈ ਵਸਤੂਤਾ ਉਹ ਆਨੰਦ ਵਾਹਿਗੁਰੂ ਦਾ ਹੀ ਹੁੰਦਾ ਹੈ, ਪਰ ਲਿਬੜਿਆ ਹੋਇਆ। ਜਿਹੜਾ ਲੱਡੂ ਹੁੰਦਾ ਹੈ ਉਹਦੇ ਵਿੱਚ ਮਿਠਾਸ ਵੀ ਹੁੰਦੀ ਹੈ ਤੇ ਹੋਰ ਚੀਜ਼ਾਂ ਵੀ ਹੁੰਦੀਆਂ, ਪਰ ਜਿਹੜੀ ਮਿਸ਼ਰੀ ਹੁੰਦੀ ਹੈ ਉਹਦੇ ਵਿੱਚ ਸਿਰਫ ਮਿਠਾਸ ਹੁੰਦਾ ਹੈ। ਤਾਂ ਮਹਾਰਾਜ ਕਹਿੰਦੇ ਹੈ, ਇਹ ਜੋ ਬਾਹਰ ਦੀ ਵਸਤੂਆਂ ਨੂੰ ਤੂੰ ਨਿਮਿਤ ਬਣਾਇਆ ਹੋਇਆ ਇਹਨਾਂ ਨੂੰ ਛੱਡ, ਤਾਂ ਜਿੱਥੋਂ ਤੈਨੂੰ ਆਨੰਦ ਪ੍ਰਾਪਤ ਹੁੰਦਾ ਉਸ ਦੇ ਨਾਲ ਤੂੰ ਆਪਣੀ ਪ੍ਰੇਮ ਔਰ ਲਿਵ ਜੋੜ। ਉਹ ਮਾਤਰ ਆਨੰਦ ਦਾ ਸਾਗਰ ਹੈ। ਤੂੰ ਕਿਆ ਕਰਦਾ ਹੈ, ਲੱਡੂ ਤੈਨੂੰ ਮਿਲਿਆ ਹੋਇਆ ਹੈ, ਲੱਡੂ ਨੂੰ ਛੱਡ ਕੇ ਤੂੰ ਜਿਹੜਾ ਭੋਰੇ ਜਿਹੇ ਰਹਿ ਜਾਣਾ ਉਹਨੂੰ ਚੱਟਦਾ ਹੈ। So what Maharaj is saying, ਹਬ ਰੰਗ ਮਾਣ ਹੈ ਜਿਸ ਸੰਗ ਤੈਸਿਓ ਲਾਈਐ ਨੇਹੋ, ਉਸ ਵਾਹਿਗੁਰੂ ਦੇ ਨਾਲ ਨੇ ਕਰ ਜਿੱਥੋਂ ਇਹ ਆਨੰਦ ਆਉਂਦਾ ਏ। ਬਿਕਾਜ਼ ਉਹਦੇ ਨਾਲ ਪ੍ਰੇਮ ਪੈ ਗਿਆ ਨਾ ਤਾਂ ਫਿਰ ਤੂੰ ਆਨੰਦ 'ਚ ਡੁੱਬਣਾ ਏ, ਔਰ ਉੱਥੇ ਲੇਸ ਮਾਤਰ ਵੀ ਦੁੱਖ ਨਹੀਂ ਹੈਗਾ, ਲੇਸ ਮਾਤਰ। ਉਹ ਆਨੰਦ ਕਦੇ ਬਦਲਦਾ ਨਹੀਂ ਹੈਗਾ। ਜੋ ਵਸਤੂ ਨਿਮਿਤ ਬਣ ਕੇ ਆਨੰਦ ਮਿਲਦਾ ਉਹ ਬਦਲ ਜਾਂਦਾ ਏ, ਪਰ ਜਿਹੜਾ ਵਾਹਿਗੁਰੂ ਦਾ ਆਨੰਦ ਹੈ, ਸਾਹਿਬ ਮੇਰਾ ਨੀਤ ਨਵਾਂ, that type of ecstasy in Satchidanand remains all the time. And it feels like this, it doesn't lose intensity. The anand that we feel in the world, it loses intensity after a while. But Vaheguru's anand doesn't lose intensity. Ta usde naal prem kar. Why are you going after things that are just pretending to be the bearers of anand? Leave them aside. Where does it come from? Have you ever left your body that you actually felt anand somewhere else? You've always had the experience of anand within yourself, but you've just incorrectly mistaken that anand from coming from things from the outside. Stop doing that. Go inwards. ਹਬ ਰੰਗ ਮਾਣ ਹੈ ਜਿਸ ਸੰਗ ਤੈਸਿਓ ਲਾਈਐ ਨੇਹੋ, ਸੋ ਸਾਹੋ ਬਿੰਦ ਨਾ ਵਿਸਰਾਓ ਨਾਨਕ, ਜਿਨ ਸੁੰਦਰ ਰਚਿਆ ਦੇਹੋ। ਉਸ ਸਾਹਿਬ ਨੂੰ, ਉਸ ਪਤੀ ਪਰਮੇਸ਼ਵਰ ਨੂੰ ਇੱਕ ਬਿੰਦ ਥੋੜ੍ਹੀ ਦੇਰ ਵਾਸਤੇ ਵੀ ਨਾ ਵਿਸਰ। ਨਾਨਕ ਜਿਨ ਸੁੰਦਰ ਰਚਿਆ ਦਿਆ, ਜਿਹਨੇ ਤੇਰੀ ਇੰਨੀ ਸੁੰਦਰ ਦੇਹ ਰਚੀ ਹੈ। ਔਰ ਇਸ ਦੀ ਵਿਆਖਿਆ ਬਹੁਤ ਵਿਸਤਾਰ ਦੇ ਵਿੱਚ ਸਾਧ ਸੰਗਤ ਜੀ ਕੱਲ੍ਹ ਤੇ ਪਰਸੋਂ ਹੋ ਚੁੱਕੀ ਹੈ। ਸੋ ਆਈ ਐਮ ਗੋਇੰਗ ਟੂ ਮੂਵ ਫਾਰਵਰਡ। ਪੌੜੀ। ਜਿਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਤੂੰ ਕਦੇ ਸੋਚਿਆ ਕਿ ਤੇਰੇ ਵਿੱਚ ਜੀਵਨ ਹੈ, ਤੇਰੇ ਵਿੱਚ ਚੇਤਨ ਸ਼ਕਤੀ ਹੈ, ਸਤ ਚਿਤ ਆਨੰਦ ਚੇਤਨ ਸ਼ਕਤੀ ਹੈ ਤੇਰੇ ਅੰਦਰ। You know how? Do you know this mic? You can say yes with your head. But does this mic know you? So there's a difference between this mic and your composition. You have Chetan Shakti in you. Do any of these lights know you? But do you know the lights? That means your composition and their composition is different. You have Chetan Shakti inside of you. ਆ ਜਿਹੜਾ ਤੁਸੀਂ ਕੁਝ ਵੀ ਲੈ ਲਓ, ਕੋਈ ਵੀ ਵਸਤੂ ਲੈ ਲਓ, ਆ ਜਿਹੜੇ ਪੈਸੇ ਹੈ, the actual plastic ਪੈਸਾ, ਤੁਸੀਂ ਪੈਸੇ ਨੂੰ ਜਾਣਦੇ ਕਿ ਹਾਂ ਪੈਸਾ ਹੈ, ਜਾਣਦੇ। ਪਰ ਜੋ ਪੈਸਾ ਹੈ ਉਹ ਪੇਪਰ, ਉਹ ਤੁਹਾਨੂੰ ਜਾਣਦਾ ਕਿ ਮੈਨੂੰ ਵੀ ਕਿਸੇ ਨੇ ਫੜਿਆ ਹੋਇਆ।
ਤਾਂ ਉਸ ਦੀ ਕੰਪੋਜੀਸ਼ਨਸ ਔਰ ਸਾਡੀ ਕੰਪੋਜੀਸ਼ਨਸ ਜਾਂ ਕਿਸੇ ਵੀ ਚੀਜ਼ ਦੀ ਕੰਪੋਜੀਸ਼ਨ 'ਚ ਇਹ ਫਰਕ ਹੈ, ਤੇਰੇ ਵਿੱਚ ਚੇਤਨ ਸ਼ਕਤੀ ਹੈ। Look at what they're saying. ਜੀਓ, ਪ੍ਰਾਨ, ਤਨ, ਧਨ, ਦੀਆ, ਦੀਨੇ ਰਸ ਭੋਗ, ਇਹ ਕਿੱਥੋਂ ਮਿਲਿਆ? ਇਹ ਚੇਤਨ ਸ਼ਕਤੀ ਵੀ ਕਿਹਦੀ ਹੈ? ਵਾਹਿਗੁਰੂ ਤੇਰੀ ਹੈ। ਕਿਉਂਕਿ ਜਿਹੜੀ ਆਹ ਦੇਹ ਹੈ ਨਾ, ਇਹ ਤਾਂ ਉਹ ਪੈਸੇ ਵਾਂਗ ਹੈ। ਤੁਸੀਂ ਦੇਖੋ, ਤੁਸੀਂ ਆਪਣੇ ਹੱਥ ਨੂੰ ਜਾਣਦੇ? ਮੈਂ ਹੱਥ ਨੂੰ ਜਾਣਦੀ, ਦੇਖੋ, ਪਰ ਇਹ ਹੱਥ ਮੈਨੂੰ ਜਾਣਦਾ? ਮਤਲਬ ਇਹ ਚੇਤਨ ਸ਼ਕਤੀ ਮੇਰੀ ਦੇਹ ਚੋਂ ਨਹੀਂ ਆ ਰਹੀ, ਇਹ ਵਾਹਿਗੁਰੂ ਤੋਂ ਆ ਰਹੀ ਹੈ। ਔਰ ਇਸ ਦਾ ਬਹੁਤ ਲੰਬਾ ਸਿਧਾਂਤ ਹੈ। ਜੀਓ, ਪ੍ਰਾਨ, ਕਦੇ ਸੋਚਿਆ ਹੈ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। You are only alive for the breath that you have. That's the only guarantee you have. ਅੱਗੇ ਵਾਲਾ ਸਵਾਸ ਆਉਣਾ ਹੈ ਕਿ ਨਹੀਂ, ਇਹ ਥੋੜੀ ਪਤਾ ਹੁੰਦਾ ਕਿਸੇ ਨੂੰ। ਬਹੁਤ ਵੀਡੀਓਜ਼, there's even videos online ਕਿ ਇੱਕ ਬੰਦਾ ਖੜਾ ਹੈ, just ਖੜਾ ਹੈ, and he suddenly falls, and that's it. You only have guarantee of the breath you're currently taking, not of the one that you have next. But guess who gave you that breath? It was Vaheguru. Because if you gave yourself a breath, then you would never choose to die. ਜੇ ਤੂੰ ਹੀ ਆਪਣੇ ਆਪ ਨੂੰ ਸਵਾਸ ਦਿੰਦਾ ਤਾਂ ਤੂੰ ਕੋਈ ਮਰਦਾ ਹੀ ਕਿਉਂ? ਸਵਾਸ ਹੀ ਦਈ ਜਾਓ। ਪਰ ਸਵਾਸ ਵੀ ਤੂੰ ਆਪਣੇ ਆਪ ਨੂੰ ਨਹੀਂ ਦਿੱਤਾ, ਕਿਸੇ ਨੇ ਦਿੱਤਾ ਹੈ ਤੈਨੂੰ ਸਵਾਸ। ਮਹਾਰਾਜ ਕਹਿੰਦੇ ਹੈ ਜੀਓ, ਪ੍ਰਾਨ, ਤਨ, ਔਰ ਇਸ ਦੀ ਵਿਆਖਿਆ ਬਹੁਤ ਹੋ ਚੁੱਕੀ ਹੈ। ਇਹ ਤਨ ਦੀ ਸਜਾਵਟ ਤੂੰ ਨਹੀਂ ਕੀਤੀ, ਵਾਹਿਗੁਰੂ ਨੇ ਕੀਤੀ ਹੈ। ਧਨ, ਜੋ ਪੈਸਾ ਇਕੱਠਾ ਕੀਤਾ ਹੈ, ਇਹ ਭ੍ਰਾਂਤੀ ਲੱਗਦੀ ਹੈ ਕਿ ਪੈਸਾ ਮੈਂ ਕਮਾਇਆ ਹੈ, ਪਰ ਇਹ ਵੀ ਇਸ ਜਿਹੜਾ ਸਿਸਟਮ ਬਣਿਆ ਹੋਇਆ ਨਾ ਇੰਟੈਲੀਜੈਂਸ ਦਾ, ਵਾਹਿਗੁਰੂ ਦਾ, ਉਸਨੇ ਦਿੱਤਾ ਹੈ ਕਰਮਾਂ ਅਨੁਸਾਰ। I have met people who have their doctors. Husband is a doctor and the wife is a dentist. You would think they're doing beautifully. ਪਰ ਜਿੰਨਾ ਕਰਮ 'ਚ ਲਿਖਿਆ ਹੁੰਦਾ ਸਾਧ ਸੰਗਤ ਜੀ, ਉਨਾ ਹੀ ਮਿਲਦਾ ਹੈ। They opened a place, a hospital up, didn't end up working. They went through many bankruptcies, and now they're struggling to survive. They've had to move countries even. And I've seen people who hadn't even graduated high school make such a successful career. ਜਿੰਨਾ ਲਿਖਿਆ ਹੁੰਦਾ ਨਾ, ਉਨਾ ਹੀ ਮਿਲਦਾ ਹੈ, ਨਾ ਘੱਟ ਮਿਲਦਾ, ਨਾ ਥੋੜਾ ਜਿਹਾ ਜ਼ਿਆਦਾ ਮਿਲਦਾ ਹੈ। ਪਰ ਕੌਣ ਦੇਣ ਵਾਲਾ ਹੈ ਕਰਮਾਂ ਅਨੁਸਾਰ? ਵਾਹਿਗੁਰੂ ਦਿੰਦੇ ਹੈ। ਜੀਓ, ਪ੍ਰਾਨ, ਤਨ, ਧਨ, ਦੀਆ, ਦੀਨੇ ਰਸ ਭੋਗ, ਇਹ ਸਾਰੇ ਰਸਾਂ ਨੂੰ ਜੋ ਤੂੰ ਭੋਗ ਰਿਹਾ, ਇਹ ਕਿਹਨੇ ਬਣਾਏ ਇਹ ਸਾਰੀ ਚੀਜ਼ਾਂ? ਇਹ ਵਾਹਿਗੁਰੂ ਦੇ ਆਸਰੇ ਭੋਗਦੇ ਹੈ। ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ। Your house, your mansions, grihi, mandir, rath, your chariots and your horses, we'll translate that into nice cars for now. Diye, rach pale sanjog, aur jehde tere family, tere friends, your people, ek kine sanjog banaye ne? Did you choose who you were going to get, what family you were going to get into? You didn't choose what people that you were going to meet in your life. Who was going to be your family? Who gave these to you? Vaheguru. Sut banita sajan sevak diye, prabh devan jog. Sut, your kids, banita, spouses, sajan, your friends, sevak, servants, or you can translate that for yourself as colleagues or people that work under you. Diye prabh devan jog. The matar Vaheguru den ala hai. We have not actually done anything in this place that has allowed this to happen. ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ। ਪਰ ਫਰਕ ਇਸ ਗੱਲ ਦਾ ਪੈਂਦਾ ਹੈ ਮਹਾਰਾਜ ਕਿ ਇਹ ਸਭ ਛੁੱਟ ਜਾਣਗੇ, ਸਭ ਚਲੇ ਜਾਣਗੇ, ਮਾਤਰ ਤੂੰ ਹੀ ਰਹੇਗਾ। ਕਦੇ ਸੋਚਿਆ ਹੈ ਕਿ ਥੋੜੇ ਹਜ਼ਾਰ ਦਿਨਾਂ 'ਚ, ਕਿਉਂਕਿ ਬਹੁਤੀ ਲੰਬੀ ਆਯੂ ਨਹੀਂ ਹੁੰਦੀ, if you calculate your lifespan, it's only a few thousand days left for most people, ਤੇ ਕੁਝ ਹਜ਼ਾਰ ਦਿਨਾਂ ਦੇ ਵਿੱਚ ਮੇਰੇ ਮਾਤਾ ਬਦਲ ਜਾਣੀ ਹੈ, ਮੇਰੇ ਪਿਤਾ ਬਦਲ ਜਾਣਾ ਹੈ, ਮੇਰੀ ਪਤੀ ਜਾਂ ਪਤਨੀ ਬਦਲ ਜਾਣੀ ਹੈ, ਮੇਰੇ ਬੱਚੇ ਬਦਲ ਜਾਣੇ ਹੈ। Do you know? Just in a few thousand days, you're going to have a new set of people. ਪਰ ਜਦੋਂ ਵੀ ਬਦਲਦਾ ਹੈ, ਉਹ ਤਾਂ ਵੱਖਰੇ ਵੱਖਰੇ ਲੋਕ ਮਿਲਦੇ ਹੈ,
ਪਰ ਜਦੋਂ ਬਦਲਦਾ ਹੈ ਜੀਵ, ਇੱਕ ਜੀਵ ਤੋਂ ਦੂਜਾ ਜੀਵ ਬਣਦਾ, ਉਸ ਦੇ ਵਿਚਲੇ ਸਮੇਂ ਔਰ ਜੀਵਨ ਦੇ ਸਮੇਂ ਕੌਣ ਤੇਰੇ ਨਾਲ ਹੁੰਦਾ ਜਿਹੜਾ ਬਦਲਦਾ ਨਹੀਂ ਹੈਗਾ? ਹਰ ਬਿਨ ਕੋਏ ਨਾ ਚਾਲਸ ਸਾਥ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤੇ ਲੋਚਨ ਤੇ ਨਰ ਮੁਕਤਾ, ਪੀਤਾੰਬਰ ਵਾਕੈ ਹਿਰਦੈ ਵਸੈ। ਅੰਤ ਕਾਲ ਦੇ ਵਿੱਚ ਵੀ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰ ਲਵੇਂ, ਉਸਨੂੰ ਯਾਦ ਕਰ ਲਵੇਂ, ਤਾਂ ਤੂੰ ਮੁਕਤ ਹੋ ਸਕਦਾ ਹੈ, ਤੂੰ ਬਚ ਸਕਦਾ ਹੈ। ਬਟ ਦ ਕੈਵੀਅਟ ਇਜ਼, ਅੰਤ ਕਾਲ ਵੀ ਵਾਹਿਗੁਰੂ ਨੂੰ ਉਹੀ ਸਿਮਰਦਾ ਹੈ ਜਿਹੜਾ ਜੀਵਨ ਦੇ ਵਿੱਚ ਸਿਮਰਿਆ ਹੋਵੇ। ਤੁਸੀਂ ਸੋਚੋ ਨਾ, ਡੈਥ ਟਾਈਮ, ਮੌਤ ਦੇ ਵਕਤ ਮਨ ਬਹੁਤ ਕੰਪਦਾ ਹੈ। ਜਿਸ ਸਿਮਰਨ ਦੀ ਉਸਨੂੰ ਆਦਤ ਬਣੀ ਹੁੰਦੀ ਹੈ ਉਹੀ ਸਿਮਰ ਸਕਦਾ ਹੈ। ਤਾਂ ਜੇ ਤਾਂ ਬੱਚਿਆਂ ਦੀ ਸਿਮਰਨ ਦੀ ਆਦਤ ਬਣੀ ਹੋਈ ਹੈ ਤਾਂ ਉਸ ਦਾ ਸਿਮਰਨ ਆਉਣਾ ਹੈ। ਜੇ ਪੈਸੇ ਦੀ ਸਿਮਰਨ ਦੀ ਆਦਤ ਪਈ ਹੋਈ ਹੈ ਤਾਂ ਉਹ ਸਿਮਰਨ ਆਉਣਾ ਹੈ। ਬਿਕਾਜ਼ ਉਦੋਂ ਤੱਕ ਕੰਪ ਰਿਹਾ ਮਨ, ਵਿਵੇਕ 'ਚ ਥੋੜ੍ਹੀ ਹੈ ਮਨ, ਕਹਿੰਦਾ ਮੇਰੀ ਮੌਤ ਆਉਣ ਲੱਗੀ ਹੈ। ਤਾਂ ਜੇ ਵਾਹਿਗੁਰੂ ਦਾ ਸਿਮਰਨ ਕਰਿਆ ਹੋਵੇ, ਉਸਦੀ ਆਦਤ ਹੋਵੇ, ਤਾਂ ਹੀ ਜਾ ਕੇ ਅੰਤਕਾਲ ਨਾਰਾਇਣ ਸਿਮਰਿਆ ਹੋ ਸਕਦਾ ਹੈ। ਤਾਂ ਇੱਥੇ ਹੀ ਸਾਧ ਸੰਗਤ ਜੀ, ਸੁਤ ਬਨਿਤ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮ ਹੋ, ਬਿਨ ਸੇ ਸਭ ਰੋਗ। ਸਾਧ ਸੰਗਤ ਦੇ ਵਿੱਚ ਆ ਕੇ, ਸਾਧੂ ਦਾ ਸੰਗ ਕਰਕੇ ਵਾਹਿਗੁਰੂ ਦੇ ਗੁਣ ਨੂੰ ਗਾਓ, ਰਮਣ ਕਰੋ। ਧਰੂ ਨੇ ਬਹੁਤ ਸਮਾਂ ਰਾਜ ਕਰ ਲਿਆ ਸੀ। ਧਰੂ had been a king for many years now। ਔਰ ਇੱਕ ਦਿਨ ਨਾਰਦ ਆਉਣੇ, ਦੇਖਦੇ ਆ ਕਿ ਮੇਰਾ ਜਿਹਨੂੰ ਮੈਂ ਕਿਹਾ ਸੀ ਜੰਗਲਾਂ ਦੇ ਵਿੱਚ ਆਰਾਧਨਾ ਕਰਨ ਵਾਸਤੇ, ਕਿਵੇਂ ਆ ਉਹ? ਨਾਰਦ ਜੀ ਇੱਕ ਦਿਨ ਆਏ ਤੇ ਧਰੂ ਨੂੰ ਦੇਖਿਆ ਆਪਣੀ ਕੁਰਸੀ ਤੋਂ ਥੱਲੇ ਬਹਿ ਕੇ ਰੋ ਰਿਹਾ ਸੀ। ਔਰ ਨਾਰਦ ਕਹਿੰਦੇ, ਧਰੂ ਤੂੰ ਰੋ ਕਿਉਂ ਰਿਹਾ ਹੈ? ਤੈਨੂੰ ਤਾਂ ਮਿਲ ਗਿਆ, ਤੈਨੂੰ ਤਾਂ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੋਏ ਹੈ, ਤੇਰੀ ਇੱਛਾ ਪੂਰੀ ਹੋਈ ਹੈ। ਔਰ ਧਰੂ ਕਹਿੰਦਾ, ਇਸੇ ਕਰਕੇ ਰੋ ਰਿਹਾ ਹੈ, ਮੇਰੀ ਇੰਨੀ ਮੱਤ ਮਾਰੀ ਕਿ ਮੈਨੂੰ ਵਾਹਿਗੁਰੂ ਦੇ ਦਰਸ਼ਨ ਵੀ ਹੋਏ, ਔਰ ਮੈਂ ਕਿਆ ਮੰਗਿਆ? ਮੈਂ ਇੱਕ ਨਾਸਵਾਨ ਰਾਜ ਮੰਗ ਲਿਆ। ਇਹ ਤਾਂ ਛੁੱਟ ਜਾਣਾ, ਇਹ ਤਾਂ ਖਤਮ ਹੋ ਜਾਣਾ, ਮੇਰੇ ਅੱਖਾਂ ਦੇ ਸਾਹਮਣੇ ਮੈਂ ਦੇਖ ਰਿਹਾ ਹਾਂ। ਤਾਂ ਫਿਰ ਨਾਰਦ ਨੇ ਸਮਝਾਇਆ ਧਰੂ ਨੂੰ, ਹੇ ਧਰੂ, ਤੂੰ ਫਿਰ ਭਗਤੀ ਕਰ, ਤੂੰ ਦੁਬਾਰਾ ਆਰਾਧਨਾ ਕਰ, ਤੂੰ ਫਿਰ ਨਾਮ ਨੂੰ ਜਪ, ਤੈਨੂੰ ਫਿਰ ਵਾਹਿਗੁਰੂ ਦਰਸ਼ਨ ਦੇਣਗੇ, ਔਰ ਤੂੰ ਇਸ ਵਾਰ ਵਾਹਿਗੁਰੂ ਨੂੰ ਹੀ ਮੰਗ ਲਈ। ਤਾਂ ਇਸੇ ਤਰ੍ਹਾਂ ਧਰੂ ਨੇ ਕਰਿਆ। ਧਰੂ ਆਪਣੀ ਕੁਰਸੀ ਤੋਂ ਉਤਰਿਆ, ਦੁਬਾਰਾ ਜੰਗਲ ਗਿਆ, ਔਰ ਉਸਨੇ ਤਪ ਸਾਧਨਾ ਕਰੀ। ਪਰ ਇਸ ਵਾਰ ਜਦੋਂ ਵਾਹਿਗੁਰੂ ਪ੍ਰਗਟ ਹੋਏ, ਉਸਨੇ ਕਿਹਾ, ਵਾਹਿਗੁਰੂ ਇਸ ਵਾਰ ਤਾਂ ਤੂੰ ਹੀ ਚਾਹੀਦਾ ਹੈ ਬਸ। ਇੱਥੇ ਹੀ ਸਮਾਪਤੀ ਹੈ ਸਾਧ ਸੰਗਤ ਜੀ। ਸਾਧ ਸੰਗ ਹਰ ਗੁਣ ਰਮ ਹੋ, ਬਿਨ ਸੇ ਸਭ ਰੋਗ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀ। I would like to thank the committee and the organizers for giving me the stage to perform the seva. Today is my last day. Hopefully I'll be back in Vancouver soon, but for now I'm back to Toronto. Thank you for everything, Sadh Sangat Ji. Vaheguru Ji Ka Khalsa, Vaheguru Ji Ki Fateh.